ਅੱਜ ਆਓ ਅਸੀਂ ਜਿਵੇਂ ਬਾਈਬਲ ਨਿਰਦੇਸ਼ ਦਿੰਦੀ ਹੈ ਇਸ ਉਪਦੇਸ਼ ਸਿਰਲੇਖ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਜਦੋਂ ਅਸੀਂ ਬਾਈਬਲ ਦੀਆਂ 66 ਕਿਤਾਬਾਂ ਦੀਆਂ ਸਿੱਖਿਆਵਾਂ ਦੀ ਜਾਂਚ ਕਰਦੇ ਹਾਂ ਤਦ ਅਸੀਂ ਪਾ ਸਕਦੇ ਹਾਂ ਕਿ ਜਦੋਂ ਵੀ ਪਰਮੇਸ਼ਵਰ ਦੇ ਲੋਕਾਂ ਨੇ ਬਾਈਬਲ ਦੇ ਨਿਰਦੇਸ਼ਾਂ ਦਾ ਪਾਲਨ ਕੀਤਾ ਤਦ ਮੁਕਤੀ ਦਾ ਅਦਭੁਤ ਕੰਮ ਹੋਇਆ। ਸਾਡੇ ਕੋਲ ਉਸੇ ਪ੍ਰਕਾਰ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ਵਰ ਦੇ ਹੁਕਮਾਂ ਦੇ ਪ੍ਰਤੀ ਸਾਡੇ ਆਗਿਆ ਦੀ ਪਾਲਣਾ ਅਤੇ ਅਣਆਗਿਆਕਾਰੀ ਦੇ ਵਿੱਚ ਨਤੀਜੇ ਵਿੱਚ ਵੱਡਾ ਫਰਕ ਹੈ। ਅੱਜ ਆਓ ਅਸੀਂ ਆਗਿਆ ਦੀ ਪਾਲਣਾ ਦੇ ਵਿਸ਼ਿਆਂ ਅਤੇ ਪਿਤਾ ਪਰਮੇਸ਼ਵਰ ਦੇ ਨਵੇਂ ਨਾਮ ਦੇ ਬਾਰੇ ਅਧਿਐਨ ਕਰੀਏ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਧਰਤੀ ਤੇ ਆਏ। ਆਓ ਅਸੀਂ ਦੂਜਾ ਰਾਜਾ ਅਧਿਆਇ 5 ਵਚਨ 1 ਤੇ ਨਜ਼ਰ ਪਾਈਏ। ਆਰਾਮ ਦੇ ਰਾਜਾ ਦਾ ਸੈਨਾਪਤੀ ਨਾਮਾਨ ਆਪਣੇ ਸਵਾਮੀ ਦੇ ਅੱਗੇ ਵੱਡਾ ਆਦਮੀ ਸੀ ਤੇ ਉਹਦਾ ਆਦਰਮਾਨ ਹੁੰਦਾ ਸੀ ਕਿਉਂ ਜੋ ਉਹਦੇ ਰਾਹੀਂ ਯਹੋਵਾ ਨੇ ਆਰਾਮ ਨੂੰ ਫਤਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜੀ ਸੀ। ਆਰਾਮ ਦੀ ਸੈਨਾ ਦਾ ਸੈਨਾਪਤੀ ਉਹ ਹੈ ਜਿਸ ਨੂੰ ਅਸੀਂ ਅੱਜ ਰੱਖਿਆ ਮੰਤਰੀ ਜਾਂ ਇੱਕ ਸਿਰਲੇਖ ਆਰਡਰ ਦਾ ਜਨਰਲ ਕਹਿੰਦੇ ਹਨ। ਭਾਵੇਂ ਹੀ ਉਹ ਇੱਕ ਯੋਧਾ ਸੂਰਮਾ ਸੀ ਪਰ ਉਹ ਕੋੜ ਤੋਂ ਪੀੜਿਤ ਸੀ। ਵਚਨ 8 ਤਾਂ ਇਹ ਹੋਇਆ ਜਦ ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਸੁਣਿਆ ਭਾਈ ਇਜ਼ਰਾਈਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜੇ ਤਾਂ ਉਸਨੇ ਪਾਤਸ਼ਾਹ ਨੂੰ ਇਹ ਕਹਾ ਕੱਲਿਆ ਭਾਈ ਤੂੰ ਆਪਣੇ ਬਸਤਰ ਕਿਉਂ ਪਾੜੇ ਹਨ, ਉਹਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹਨੂੰ ਪਤਾ ਲੱਗੇ ਭਾਈ ਇਜ਼ਰਾਈਲ ਵਿੱਚ ਇੱਕ ਨਬੀ ਹੈ। ਸੋ ਨਮਾਨ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਣੇ ਆਇਆ ਅਤੇ ਅਲੀਸ਼ਾ ਦੇ ਘਰ ਦੇ ਬੂਹੇ ਕੋਲ ਖਲੋ ਗਿਆ। ਅਲੀਸ਼ਾ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹਦੇ ਕੋਲ ਕੱਲਿਆ ਕਿ ਜਾ ਤੇ ਯਰਦਨ ਵਿੱਚ 7 ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਸੈਨਾਪਤੀ ਨਮਾਨ ਅਲੀਸ਼ਾ ਨੂੰ ਮਿਲਣ ਗਿਆ। ਉਹ ਆਪਣੇ ਕੋੜ ਦੇ ਰੋਗ ਦੇ ਇਲਾਜ ਦੀ ਉਮੀਦ ਵਿੱਚ ਬਹੁਤ ਦੂਰ ਇਜ਼ਰਾਈਲ ਤੱਕ ਆ ਗਿਆ। ਇੱਕ ਸੈਨਾਪਤੀ ਦੇ ਰੂਪ ਵਿੱਚ ਉਸਦੇ ਉੱਚੇ ਅਹੁਦੇ ਦੇ ਬਾਵਜੂਦ ਅਲੀਸ਼ਾ ਉਸ ਨੂੰ ਦੇਖਣ ਦੇ ਲਈ ਬਾਹਰ ਤੱਕ ਵੀ ਨਹੀਂ ਆਇਆ ਪਰ ਬਸ ਉਸਦੇ ਲਈ ਨਿਰਦੇਸ਼ਾਂ ਦੇ ਨਾਲ ਇੱਕ ਦੂਤ ਭੇਜਿਆ ਕਿ ਜਾ ਤੇ ਯਰਦਨ ਵਿੱਚ 7 ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਨਾਮਾਨ ਸੋਚ ਰਿਹਾ ਸੀ ਮੈਂ ਕਿਸ ਤਰ੍ਹਾਂ ਦੀ ਵਿਧੀ ਦੇ ਦੁਆਰਾ ਚੰਗਾ ਹੋਵਾਂਗਾ। ਹਾਲਾਂਕਿ ਉਹ ਕ੍ਰੋਧਿਤ ਹੋ ਗਿਆ ਜਦੋਂ ਅਲੀਸ਼ਾ ਬਾਹਰ ਵੀ ਨਹੀਂ ਆਇਆ ਪਰ ਸਿਰਫ ਇੱਕ ਦੂਤ ਨੂੰ ਭੇਜਿਆ। ਆਓ ਅਸੀਂ ਪੜ੍ਹਨਾ ਜਾਰੀ ਰੱਖੀਏ। ਪਰ ਨਾਮਾਨ ਕ੍ਰੋਧੀ ਹੋ ਕੇ ਚਲਿਆ ਗਿਆ ਅਤੇ ਕਹਿਣ ਲੱਗਾ ਵੇਖੋ ਮੈਂ ਤਾਂ ਸੋਚਦਾ ਸਾਂ ਭਾਈ ਉਹ ਬਾਹਰ ਆ ਕੇ ਖਲੋ ਜਾਵੇਗਾ ਪਰਮੇਸ਼ਵਰ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜੀ ਨੂੰ ਚੰਗਾ ਕਰੇਗਾ। ਕੀ ਦਮਿਸ਼ਕ ਦੀ ਨਦੀਆਂ ਅਬਾਨਾ ਤੇ ਫਰਫਰ ਇਜ਼ਰਾਈਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ? ਉਸਨੇ ਆਪਣਾ ਗੁੱਸਾ ਬਿਆਨ ਕਰਦੇ ਹੋਏ ਕਿਹਾ ਕਿ ਦਮਿਸ਼ਕ ਦੀ ਨਦੀਆਂ ਅਬਾਨਾ ਤੇ ਫਰਫਰ ਇਜ਼ਰਾਈਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ? ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ? ਸੋ ਉਹ ਮੁੜਿਆ ਤੇ ਗੁੱਸੇ ਨਾਲ ਚਲਿਆ ਗਿਆ। ਤਦ ਉਹਦੇ ਚਾਕਰ ਨੇੜੇ ਆਏ ਤੇ ਉਹਨੂੰ ਇਹ ਆਖਿਆ ਹੇ ਸਾਡੇ ਪਿਤਾ ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕਿ ਤੁਸੀਂ ਨਾ ਕਰਦੇ। ਜਦ ਉਸਨੇ ਤੁਹਾਨੂੰ ਆਖਿਆ ਹੈ ਭਾਈ ਨਹਾ ਲੈ ਤੇ ਸ਼ੁੱਧ ਹੋ ਜਾ ਤਾਂ ਕਿੰਨਾ ਵਧੇਕ ਇਹ ਕਰਨਾ ਚਾਹੀਦਾ ਹੈ। ਤਦ ਪਰਮੇਸ਼ਵਰ ਦੇ ਜਨ ਦੇ ਆਖਿਆ ਅਨੁਸਾਰ ਉਹਨੇ ਯਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ ਤੇ ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ। ਨਬੀ ਨੇ ਹੁਕਮ ਦੇ ਅਨੁਸਾਰ ਕੀਤੇ ਬਿਨਾਂ ਨਮਾਨ ਆਪਣੇ ਦੇਸ਼ ਮੁੜਨ ਵਾਲਾ ਸੀ। ਉਸ ਸਮੇਂ ਉਸਦੇ ਸੇਵਕਾਂ ਨੇ ਉਸਨੂੰ ਮਨਾਇਆ ਜੇਕਰ ਨਬੀ ਤੈਨੂੰ ਕੋਈ ਭਾਰੀ ਕੰਮ ਕਰਨ ਦਾ ਹੁਕਮ ਦਿੰਦਾ ਤਾਂ ਕੀ ਤੂੰ ਉਸਨੂੰ ਨਾ ਕਰਦਾ? ਕਿਉਂਕਿ ਇਹ ਇੰਨਾ ਸੌਖਾ ਹੈ ਤਾਂ ਤੂੰ ਨਬੀ ਦੇ ਹੁਕਮ ਦਾ ਪਾਲਨ ਕਿਉਂ ਨਹੀਂ ਕਰਦਾ? ਉਹਨਾਂ ਦੀ ਸਲਾਹ ਤੇ ਨਾਮਾਨ ਨੇ ਯਰਦਨ ਵਿੱਚ 7 ਵਾਰ ਚੁੱਭੀਆਂ ਮਾਰੀਆਂ। ਤਦ ਉਸਦਾ ਕੋੜ ਠੀਕ ਹੋ ਗਿਆ ਅਤੇ ਉਸਦਾ ਸਰੀਰ ਇੱਕ ਛੋਟੇ ਮੁੰਡੇ ਦੇ ਵਾਂਗ ਸ਼ੁੱਧ ਹੋ ਗਿਆ।
ਇਹ ਦੂਜਾ ਰਾਜਾ ਅਧਿਆਇ 5 ਵਿੱਚ ਦਰਜ ਹੈ। ਅਤੀਤ ਵਿੱਚ ਜਦੋਂ ਵੀ ਲੋਕਾਂ ਨੇ ਪਰਮੇਸ਼ਵਰ ਜਾਂ ਨਬੀਆਂ ਦੇ ਹੁਕਮਾਂ ਦਾ ਪਾਲਨ ਕੀਤਾ, ਤਦ ਉਹ ਇਸ ਪ੍ਰਕਾਰ ਦੀ ਕਿਰਪਾ ਭਰਪੂਰ ਨਤੀਜਾ ਪ੍ਰਾਪਤ ਕਰ ਸਕੇ। ਅਤੀਤ ਵਿੱਚ ਜੋ ਹੋਇਆ ਉਸ ਦੇ ਦੁਆਰਾ ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਇਸ ਯੁੱਗ ਵਿੱਚ ਸਾਡੇ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇਕਰ ਨਾਮਾਨ ਨੇ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਨਹੀਂ ਕੀਤਾ ਹੁੰਦਾ, ਪਰ ਆਪਣੇ ਖੁਦ ਦੇ ਵਿਚਾਰਾਂ ਦਾ ਪਾਲਨ ਕੀਤਾ ਹੁੰਦਾ, ਆਪਣੇ ਦੇਸ਼ ਵਿੱਚ ਮੁੜ ਕੇ ਦਮਿਸ਼ਕ ਦੀਆਂ ਨਦੀਆਂ ਅਬਾਨਾ ਤੇ ਫਰਫਰ ਨਦੀਆਂ ਵਿੱਚ 7 ਜਾਂ 70 ਵਾਰ ਚੁੱਭੀ ਮਾਰੀ ਹੁੰਦੀ, ਤਦ ਉਸ ਦਾ ਕੋੜ ਚੰਗਾ ਹੋ ਸਕਦਾ ਸੀ। ਕਿ ਇਹ ਨਬੀ ਦੇ ਮੂੰਹ ਦੇ ਦੁਆਰਾ ਪਰਮੇਸ਼ਵਰ ਦਾ ਵਚਨ ਨਹੀਂ ਸੀ ਜਿਸ ਨੇ ਉਸ ਨੂੰ ਚੰਗਾ ਕੀਤਾ ਸੀ। ਜੇਕਰ ਯਰਦਨ ਨਦੀ ਹੀ ਕੋੜ ਦੇ ਰੋਗ ਦਾ ਇਲਾਜ ਦੇ ਲਈ ਪ੍ਰਭਾਵੀ ਹੁੰਦੀ, ਤਦ ਨਾ ਸਿਰਫ ਨਾਮਾਨ ਬਲਕਿ ਇਜ਼ਰਾਈਲ ਦੇ ਸਾਰੇ ਕੋੜੀ ਯਰਦਨ ਵਿੱਚ ਚੁੱਭੀ ਮਾਰਨ ਦੇ ਬਾਅਦ ਠੀਕ ਹੁੰਦੇ। ਇਸ ਲਈ ਸਾਨੂੰ ਨਾ ਤਾਂ ਆਪਣੇ ਵਿਚਾਰਾਂ ਨਾਲ ਜੋੜਨਾ ਚਾਹੀਦਾ ਹੈ ਅਤੇ ਨਾ ਹੀ ਬਾਈਬਲ ਦੇ ਸ਼ਬਦਾਂ ਵਿੱਚੋਂ ਕੁਝ ਘਟਾਉਣਾ ਚਾਹੀਦਾ ਹੈ, ਜਿਵੇਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਲਿਖਿਆ ਗਿਆ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਦੇਖੀਏ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ ਕਿ ਇਹ ਪੁਸਤਕ ਬਾਈਬਲ ਵਿੱਚ ਦਿਖਾਈ ਨਹੀਂ ਦਿੰਦੀ। ਜੇਕਰ ਕੋਈ ਮਨੁੱਖ ਇਹਨਾਂ ਗੱਲਾਂ ਵਿੱਚ ਕੁਝ ਵਧਾਵੇ, ਤਦ ਪਰਮੇਸ਼ਵਰ ਉਹਨਾਂ ਬਿਪਤਾਵਾਂ ਨੂੰ ਜੋ ਇਸ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਉਸ ਤੇ ਵਧਾਵੇਗਾ। ਸਾਨੂੰ ਲੋਕਾਂ ਦੀ ਸਲਾਹ ਨੂੰ ਬਾਈਬਲ ਵਿੱਚ ਜੋੜਨ ਦੇ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਪਰਮੇਸ਼ਵਰ ਦੇ ਵਚਨਾਂ ਵਿੱਚੋਂ ਕੁਝ ਵਧਾਉਣਾ ਨਹੀਂ ਚਾਹੀਦਾ। ਇਹ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਵਿੱਚ ਪਰਮੇਸ਼ਵਰ ਦੀ ਮਰਜ਼ੀ ਹੈ। ਆਓ ਅਸੀਂ ਵਚਨ 19 ਦੇਖੀਏ। ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ, ਘਟਾਵੇ ਦਾ ਅਰਥ ਹੈ ਘਟਾਉਣਾ, ਤਾਂ ਜੀਵਨ ਦੇ ਬਿਰਜ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਵਿਸ਼ੇਸ਼ ਅਧਿਕਾਰ ਕੱਢ ਦੇਣਗੇ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਜਿਵੇਂ ਬਾਈਬਲ ਹੁਕਮ ਦਿੰਦੀ ਹੈ? ਕਦੀ ਕਦੀ ਲੋਕ ਕਹਿੰਦੇ ਹਨ ਚਰਚ ਆਫ ਗੋਡ ਨਵਾਂ ਗੀਤ ਗਾਉਂਦਾ ਹੈ ਅਤੇ ਇਸ ਤੋਂ ਇਲਾਵਾ ਉਹ ਯਹੋਵਾ ਜਾਂ ਯੀਸ਼ੂ ਦੇ ਨਹੀਂ ਬਲਕਿ ਇੱਕ ਨਵੇਂ ਨਾਮ ਅਨਸੰਗ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਨ। ਇਹ ਸਭ ਬਹੁਤ ਅਜੀਬ ਹੈ। ਜੇਕਰ ਇਹਨਾਂ ਵਿੱਚੋਂ ਕੋਈ ਵੀ ਸਿੱਖਿਆ ਬਾਈਬਲ ਵਿੱਚ ਨਾ ਲੱਭੀ ਜਾਵੇ ਤਾਂ ਕੀ ਇਹ ਇੱਕ ਵੱਡੀ ਮੁਸ਼ਕਿਲ ਨਹੀਂ ਹੋਵੇਗੀ? ਦੂਸਰੇ ਪਾਸੇ ਜੇਕਰ ਇਹ ਸਿੱਖਿਆਵਾਂ ਬਾਈਬਲ ਵਿੱਚ ਪਾਈਆਂ ਜਾਂਦੀਆਂ ਹਨ, ਤਦ ਇਹ ਸਾਰੇ ਚਰਚ ਜੋ ਉਹਨਾਂ ਦਾ ਪਾਲਨ ਨਹੀਂ ਕਰਦੇ ਕਿ ਵੱਡੀ ਮੁਸੀਬਤ ਵਿੱਚ ਨਹੀਂ ਹੋਣਗੇ? ਆਓ ਅਸੀਂ ਉਪਦੇਸ਼ਕ ਦੀ ਪੁਸਤਕ ਅਧਿਆਇ 3 ਤੇ ਜਾਈਏ ਅਤੇ ਇਹਨਾਂ ਸਾਰੇ ਵਚਨਾਂ ਦੀ ਇੱਕ ਇੱਕ ਕਰਕੇ ਜਾਂਚ ਕਰੀਏ। ਅਧਿਆਇ 3 ਵਚਨ 1। ਹਰੇਕ ਕੰਮ ਦਾ ਕੀ ਹੈ? ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ। ਪਰਮੇਸ਼ਵਰ ਨੇ ਹਰ ਗੱਲ ਦੇ ਲਈ ਇੱਕ ਸਮਾਂ ਨਿਯੁਕਤ ਕੀਤਾ ਹੈ। ਸਾਡੇ ਜੀਵਨ ਦੇ ਨਾਲ ਵੀ ਇਸ ਤਰ੍ਹਾਂ ਹੀ ਹੈ। ਸਾਰੀਆਂ ਜਿਉਂਦੀਆਂ ਚੀਜ਼ਾਂ, ਭਾਵੇਂ ਕੁੱਤਾ, ਮੱਖੀਆਂ ਜਾਂ ਮਨੁੱਖਾਂ ਦੇ ਕੋਲ ਆਪਣੇ ਆਪਣੇ ਜੀਵਨ ਦਾ ਸਮਾਂ ਹੁੰਦਾ ਹੈ। ਕੀ ਕੋਈ ਵਿਅਕਤੀ ਸਿਰਫ ਇਹ ਸੋਚਣ ਨਾਲ ਕਿ ਮੈਂ 300 ਸਾਲਾਂ ਤੱਕ ਜਿਉਣਾ ਚਾਹੁੰਦਾ ਹਾਂ ਜੀ ਸਕਦਾ ਹਾਂ? ਪਰਮੇਸ਼ਵਰ ਨੇ ਹਰ ਚੀਜ਼ ਦੇ ਲਈ ਇੱਕ ਸਮੇਂ ਦੀ ਹੱਦ ਨਿਯੁਕਤ ਕੀਤੀ ਹੈ। ਉਸੇ ਤਰ੍ਹਾਂ ਸਾਡੀ ਮੁਕਤੀ ਦੇ ਪੂਰਾ ਹੋਣ ਦਾ ਵੀ ਇੱਕ ਸਮਾਂ ਅਤੇ ਇੱਕ ਮੌਕਾ ਹੈ। ਮਨੁੱਖ ਜਾਤੀ ਦੀ ਮੁਕਤੀ ਦੇ ਲਈ ਪਰਮੇਸ਼ਵਰ ਨੇ ਆਦਮ ਤੋਂ ਲੈ ਕੇ ਜਗਤ ਦੇ ਅੰਤ ਦੇ ਸਮੇਂ ਨੂੰ 3 ਅਲੱਗ-ਅਲੱਗ ਯੁੱਗਾਂ ਵਿੱਚ ਵੰਡ ਦਿੱਤਾ। ਪਹਿਲਾ ਯੁੱਗ ਪਿਤਾ ਦਾ ਯੁੱਗ ਹੈ। ਪਰਮੇਸ਼ਵਰ ਨੇ ਇੱਕ ਯੁੱਗ ਦੀ ਸਥਾਪਨਾ ਕੀਤੀ ਜਦੋਂ ਪਿਤਾ ਪਰਮੇਸ਼ਵਰ ਨੇ ਮੁਕਤੀ ਦੇ ਕੰਮ ਦੀ ਅਗਵਾਈ ਕੀਤੀ। ਫਿਰ ਪੁੱਤਰ ਦਾ ਯੁੱਗ ਸੀ ਜਦੋਂ ਲੋਕਾਂ ਨੇ ਮੁਕਤੀ ਦਾਤੇ ਦੇ ਰੂਪ ਵਿੱਚ ਯੀਸ਼ੂ ਦਾ ਪਾਲਨ ਕੀਤਾ। ਅਤੇ ਬਾਈਬਲ ਸਿਖਾਉਂਦੀ ਹੈ ਕਿ ਇਹ ਯੁੱਗ ਜਿਸ ਵਿੱਚ ਅਸੀਂ ਜੀ ਰਹੇ ਹਾਂ ਪਵਿੱਤਰ ਆਤਮਾ ਦਾ ਯੁੱਗ ਹੈ। ਪਿਤਾ ਦੇ ਯੁੱਗ, ਪੁੱਤਰ ਦੇ ਯੁੱਗ ਅਤੇ ਪਵਿੱਤਰ ਆਤਮਾ ਦੇ ਯੁੱਗ ਦੇ ਦੁਆਰਾ ਪਰਮੇਸ਼ਵਰ ਦਾ ਮੁਕਤੀ ਦਾ ਕੰਮ ਪੂਰਾ ਹੋ ਜਾਵੇਗਾ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਯੁੱਗ ਦੇ ਅੰਦਰ ਹਰ ਗੱਲ ਦੇ ਲਈ ਇੱਕ ਸਮਾਂ ਹੁੰਦਾ ਹੈ। ਪਿਤਾ ਦੇ ਯੁੱਗ ਦੇ ਲਈ ਇੱਕ ਪੱਕੇ ਸਮੇਂ ਦੀ ਹੱਦ ਹੈ ਅਤੇ ਨਾਲ ਹੀ ਪੁੱਤਰ ਦੇ ਯੁੱਗ ਦੇ ਲਈ ਇੱਕ ਪੱਕੇ ਸਮੇਂ ਦੀ ਹੱਦ ਹੈ।
ਕਿਉਂਕਿ ਪਰਮੇਸ਼ਵਰ ਨੇ ਮੁਕਤੀ ਦੇ ਕੰਮ ਨੂੰ 3 ਯੁੱਗਾਂ ਵਿੱਚ ਵੰਡ ਦਿੱਤਾ। ਤਦ ਹਰੇਕ ਯੁੱਗ ਦੇ ਲਈ ਪੱਕੇ ਸਮੇਂ ਦੀ ਹੱਦ ਹੋਣੀ ਚਾਹੀਦੀ ਹੈ। ਇਸ ਸਮੇਂ ਤੋਂ ਆਓ ਅਸੀਂ ਜਾਣੀਏ ਕਿ ਇਹਨਾਂ 3 ਯੁੱਗਾਂ ਦੇ ਦੁਆਰਾ ਪਰਮੇਸ਼ਵਰ ਆਪਣੇ ਮੁਕਤੀ ਦੇ ਕੰਮ ਨੂੰ ਕਿਸ ਪ੍ਰਕਾਰ ਅੱਗੇ ਵਧਾ ਰਹੇ ਹਨ। ਆਓ ਅਸੀਂ ਮੱਤੀ ਅਧਿਆਇ 28 ਵਚਨ 18 ਤੇ ਇੱਕ ਨਜ਼ਰ ਪਾਈਏ। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ, ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਇੱਥੇ ਸਾਨੂੰ ਇਹਨਾਂ ਵਚਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਕਿਸ ਦੇ ਨਾਮ ਨਾਲ ਬਪਤਿਸਮਾ ਦੇਣਾ ਹੈ, ਕਿਉਂਕਿ ਇਹ ਕਹਿੰਦਾ ਹੈ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ। ਤਦ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਪਿਤਾ ਪਰਮੇਸ਼ਵਰ ਦਾ ਨਾਮ ਹੋਣਾ ਚਾਹੀਦਾ ਹੈ। ਅਤੇ ਇਹ ਵੀ ਕਹਿੰਦਾ ਹੈ ਪੁੱਤਰ ਦੇ ਨਾਮ ਨਾਲ ਬਪਤਿਸਮਾ ਦਿਓ। ਇਸ ਲਈ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਪੁੱਤਰ ਪਰਮੇਸ਼ਵਰ ਦਾ ਨਾਮ ਹੋਣਾ ਚਾਹੀਦਾ ਹੈ। ਅੰਤ ਵਿੱਚ ਇਹ ਕਹਿੰਦਾ ਹੈ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ। ਇਸ ਲਈ ਪਵਿੱਤਰ ਆਤਮਾ ਦੇ ਲਈ ਵੀ ਕੀ ਮੌਜੂਦ ਹੋਣਾ ਚਾਹੀਦਾ ਹੈ? ਪਵਿੱਤਰ ਆਤਮਾ ਦੇ ਲਈ ਵੀ ਇੱਕ ਨਾਮ ਹੋਣਾ ਚਾਹੀਦਾ ਹੈ। ਅੱਜ ਚਰਚ ਆਫ ਗੋਡ ਦੇ ਇਲਾਵਾ ਇੱਕ ਵੀ ਚਰਚ ਨਹੀਂ ਹੈ ਜੋ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਲੋਕਾਂ ਨੂੰ ਬਪਤਿਸਮਾ ਦਿੰਦਾ ਹੋਵੇ। ਇਹ ਅਸਲ ਵਿੱਚ ਅਚਰਜ ਹੈ। ਉਹ ਚਰਚ ਪੂਰੀ ਤਰ੍ਹਾਂ ਨਾਲ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮਾਂ ਦੇ ਬਾਰੇ ਵਿੱਚ ਨਹੀਂ ਸਮਝਦੇ। ਕੀ ਉਹਨਾਂ ਨੂੰ ਬਾਈਬਲ ਦੇ ਹੁਕਮਾਂ ਦਾ ਪਾਲਨ ਨਹੀਂ ਕਰਨਾ ਚਾਹੀਦਾ? ਜਦੋਂ ਨੂਹ ਨੂੰ ਜਹਾਜ਼ ਬਣਾਉਣ ਦੇ ਲਈ ਕਿਹਾ ਗਿਆ ਤਦ ਉਸਨੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਸਭ ਕੁਝ ਕੀਤਾ ਅਤੇ ਬਚਾਇਆ ਗਿਆ। ਨਬੀ ਅਲੀਸ਼ਾ ਦੇ ਹੁਕਮਾਂ ਦੀ ਆਗਿਆ ਦੀ ਪਾਲਣਾ ਵਿੱਚ ਯਰਦਨ ਨਦੀ ਵਿੱਚ ਧੋਤੇ ਜਾਣ ਦੇ ਕਰਕੇ ਕਿ ਨਮਾਨ ਵੀ ਆਪਣੇ ਕੋੜ ਦੇ ਰੋਗ ਤੋਂ ਠੀਕ ਨਹੀਂ ਹੋਇਆ। ਉਸੇ ਤਰ੍ਹਾਂ ਯੀਸ਼ੂ ਨੇ ਸਾਨੂੰ ਮੱਤੀ ਅਧਿਆਇ 28 ਵਿੱਚ ਸਿਖਾਇਆ ਹੈ ਕਿ ਪਿਤਾ ਦਾ ਨਾਮ, ਪੁੱਤਰ ਦਾ ਨਾਮ ਅਤੇ ਪਵਿੱਤਰ ਆਤਮਾ ਦਾ ਨਾਮ ਹੋਣਾ ਚਾਹੀਦਾ ਹੈ ਅਤੇ ਇਹ ਕਿ ਸਾਨੂੰ ਉਹਨਾਂ ਨਾਮਾਂ ਵਿੱਚ ਲੋਕਾਂ ਨੂੰ ਬਪਤਿਸਮਾ ਦੇਣਾ ਚਾਹੀਦਾ ਹੈ। ਪਿਤਾ ਪਰਮੇਸ਼ਵਰ ਦਾ ਨਾਮ ਯਹੋਵਾ ਹੈ। ਜਦੋਂ ਪਰਮੇਸ਼ਵਰ ਧਰਤੀ ਤੇ ਆਏ ਅਤੇ ਪੁੱਤਰ ਦੇ ਯੁੱਗ ਵਿੱਚ ਮੁਕਤੀ ਦਾ ਕੰਮ ਕੀਤਾ ਤਦ ਉਹਨਾਂ ਦਾ ਨਾਮ ਯੀਸ਼ੂ ਸੀ। ਤਦ ਪਵਿੱਤਰ ਆਤਮਾ ਦੇ ਲਈ ਵੀ ਇੱਕ ਨਾਮ ਹੋਣਾ ਚਾਹੀਦਾ ਹੈ। ਸਿਰਫ ਉਹ ਬਪਤਿਸਮਾ ਜੋ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਹੁੰਦਾ ਹੈ ਉਸ ਨੂੰ ਮੁਕਤੀ ਦਾ ਇੱਕ ਸਹੀ ਨਿਸ਼ਾਨ ਮੰਨਿਆ ਜਾ ਸਕਦਾ ਹੈ। ਕਿਉਂਕਿ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ। ਕਿ ਇਹ ਇੱਕੋ ਯੁੱਗ ਨਹੀਂ ਹੈ ਜਦੋਂ ਸਾਨੂੰ ਪਵਿੱਤਰ ਆਤਮਾ ਦਾ ਨਾਮ ਜਾਣਨਾ ਚਾਹੀਦਾ ਹੈ ਤਾਂ ਜੋ ਅਸੀਂ ਮੁਕਤੀ ਦੇ ਉਸ ਰਾਹ ਤੇ ਚੱਲ ਸਕੀਏ ਜਿਸ ਦਾ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ। ਹਾਲਾਂਕਿ ਇਸ ਯੁੱਗ ਵਿੱਚ ਕਿ ਸਾਰੇ ਚਰਚ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਨਹੀਂ ਕਰਦੇ। ਜਦੋਂ ਪੁੱਛਿਆ ਜਾਂਦਾ ਹੈ ਤੁਸੀਂ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕਿਉਂ ਕਰਦੇ ਹੋ ਤਦ ਉਹਨਾਂ ਦੇ ਜਵਾਬ ਅਸਪਸ਼ਟ ਹੁੰਦੇ ਹਨ। ਜਦੋਂ ਅਸੀਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਨੂੰ ਸਪਸ਼ਟ ਰੂਪ ਨਾਲ ਸਮਝਦੇ ਹਾਂ, ਉਹਨਾਂ ਨੇ ਯਹੋਵਾ ਦੇ ਨਾਮ ਨਾਲ ਪ੍ਰਾਰਥਨਾ ਕਿਉਂ ਕੀਤੀ, ਉਹਨਾਂ ਨੇ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕਿਉਂ ਕੀਤੀ, ਇਸ ਯੁੱਗ ਵਿੱਚ ਸਾਨੂੰ ਮਸੀਹ ਅਨਸੌਂਗ ਦੇ ਨਾਮ ਨਾਲ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ, ਤਦ ਅਸੀਂ ਆਪਣੇ ਵਿਸ਼ਵਾਸ ਨੂੰ ਨਿਰਦੇਸ਼ਿਤ ਕਰ ਸਕਦੇ ਹਾਂ ਅਤੇ ਸਵਰਗ ਦੇ ਰਾਜ ਦੇ ਵੱਲ ਚੱਲ ਸਕਦੇ ਹਾਂ। ਆਓ ਅਸੀਂ ਯਸ਼ਾਇਆ ਅਧਿਆਇ 43 ਵਚਨ 11 ਦੇਖੀਏ। ਮੈਂ ਹਾਂ, ਮੈਂ ਹੀ ਯਹੋਵਾ ਹਾਂ, ਮੇਰੇ ਬਿਨਾ ਕੌਣ ਨਹੀਂ, ਕੋਈ ਬਚਾਉਣ ਵਾਲਾ ਨਹੀਂ ਹੈ। ਇਹ ਲਿਖਿਆ ਹੈ ਕਿ ਯਹੋਵਾ ਪਰਮੇਸ਼ਵਰ ਤੋਂ ਇਲਾਵਾ ਕੋਈ ਬਚਾਉਣ ਵਾਲਾ ਨਹੀਂ ਹੈ। ਪਿਤਾ ਦੇ ਯੁੱਗ ਵਿੱਚ ਯਹੋਵਾ ਪਰਮੇਸ਼ਵਰ ਤੋਂ ਇਲਾਵਾ ਕੋਈ ਬਚਾਉਣ ਵਾਲਾ ਨਹੀਂ ਹੈ। ਹਾਲਾਂਕਿ ਆਓ ਅਸੀਂ ਦੇਖੀਏ ਕਿ ਯੀਸ਼ੂ ਦੇ ਧਰਤੀ ਤੇ ਆਉਣ ਤੋਂ ਬਾਅਦ ਮੁਕਤੀਦਾਤੇ ਦਾ ਨਾਮ ਕਿਵੇਂ ਬਦਲ ਗਿਆ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 4 ਵਚਨ 11 ਦੇਖੀਏ। ਇਹ ਉਹ ਪੱਥਰ ਹੈ ਜਿਹਨੂੰ ਤੁਸਾਂ ਰਾਜਾ ਨੇ ਰੱਦਿਆ, ਜਿਹੜਾ ਖੂੰਜੇ ਦਾ ਸਿਰਾ ਹੋ ਗਿਆ। ਅਰ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਯਸ਼ਾਇਆ 43 ਕਹਿੰਦਾ ਹੈ ਯਹੋਵਾ ਤੋਂ ਇਲਾਵਾ ਕੋਈ ਬਚਾਉਣ ਵਾਲਾ ਨਹੀਂ ਹੈ। ਅਤੇ ਰਸੂਲਾਂ ਦੇ ਕਰਤੱਵ ਅਧਿਆਇ 4 ਕਹਿੰਦਾ ਹੈ ਯੀਸ਼ੂ ਤੋਂ ਇਲਾਵਾ ਕੋਈ ਹੋਰ ਨਾਮ ਨਹੀਂ ਹੈ ਜਿਸ ਦੇ ਦੁਆਰਾ ਅਸੀਂ ਮੁਕਤੀ ਪਾ ਸਕੀਏ।
ਕੁਝ ਲੋਕ ਗਲਤਫਹਿਮੀ ਰੱਖ ਸਕਦੇ ਹਨ ਅਤੇ ਕਹਿ ਸਕਦੇ ਹਨ ਕਿ ਇਹ ਬਾਈਬਲ ਵਿੱਚ ਬਹਿਸ ਨਹੀਂ ਹੈ। ਪਿਤਾ ਪਰਮੇਸ਼ਵਰ, ਪੁੱਤਰ ਪਰਮੇਸ਼ਵਰ ਅਤੇ ਪਵਿੱਤਰ ਆਤਮਾ ਪਰਮੇਸ਼ਵਰ ਇੱਕ ਹੈ ਅਤੇ ਇੱਕ ਹੀ ਪਰਮੇਸ਼ਵਰ ਹੈ। ਉਹ ਸਾਰੇ ਇੱਕ ਹਨ ਅਤੇ ਇੱਕ ਹੀ ਮੁਕਤੀਦਾਤਾ ਹੈ, ਪਰ ਯੁੱਗ ਦਾ ਫਰਕ ਹੈ। ਉਦਾਹਰਨ ਦੇ ਲਈ ਪਿਤਾ ਦੇ ਯੁੱਗ ਵਿੱਚ ਇੱਕ ਨਾਮ ਮੁਕਤੀਦਾਤੇ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਪੁੱਤਰ ਦੇ ਯੁੱਗ ਵਿੱਚ ਇੱਕ ਅਲੱਗ ਨਾਮ ਦਾ ਇਸਤੇਮਾਲ ਮੁਕਤੀਦਾਤੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਇੱਕ ਹੋਰ ਨਾਮ ਦਾ ਇਸਤੇਮਾਲ ਮੁਕਤੀਦਾਤੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਪ੍ਰਕਾਰ ਯੁੱਗ ਉਸ ਨਾਮ ਨੂੰ ਨਿਯੁਕਤ ਕਰਦਾ ਹੈ ਜਿਸ ਦੇ ਦੁਆਰਾ ਅਸੀਂ ਮੁਕਤੀ ਪਾ ਸਕਦੇ ਹਾਂ। ਤਦ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤੇ ਦਾ ਨਾਮ ਕੀ ਹੈ? ਆਓ ਅਸੀਂ ਇਸ ਦੀ ਪੁਸ਼ਟੀ ਕਰਨ ਦੇ ਲਈ ਪ੍ਰਕਾਸ਼ ਦੀ ਪੋਥੀ ਤੇ ਜਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਕਹਿੰਦਾ ਹੈ, ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਉਹ ਕੀ ਲਿਖਾਉਣਗੇ, ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਇੱਥੇ ਮੈਂ ਕਿਸ ਨੂੰ ਦਰਸਾਉਂਦਾ ਹੈ? ਯੀਸ਼ੂ ਨੇ ਖੁਦ ਸਿਖਾਇਆ ਕਿ ਉਹਨਾਂ ਦਾ ਨਾਮ ਨਵਾਂ ਨਾਮ ਹੋਵੇਗਾ। ਯੀਸ਼ੂ ਤੋਂ ਇਲਾਵਾ ਇੱਕ ਨਵਾਂ ਨਾਮ ਪਵਿੱਤਰ ਆਤਮਾ ਦਾ ਨਾਮ ਹੈ। ਇੱਕ ਨਾਮ ਦਾ ਮਕਸਦ ਦੂਸਰਿਆਂ ਦੇ ਲਈ ਤੁਹਾਨੂੰ ਬੁਲਾਉਣ ਦੇ ਲਈ ਹੁੰਦਾ ਹੈ। ਭਾਵੇਂ ਹੀ ਤੁਹਾਡਾ ਨਾਮ ਤੁਹਾਡੇ ਲਈ ਹੈ, ਪਰ ਤੁਹਾਡੀ ਤੁਲਨਾ ਵਿੱਚ ਕਿ ਦੂਸਰੇ ਇਸ ਦੀ ਵਰਤੋਂ ਜ਼ਿਆਦਾ ਨਹੀਂ ਕਰਦੇ। ਇੱਥੇ ਵੀ ਯੀਸ਼ੂ ਨੇ ਕਿਹਾ, ਮੈਂ ਉਸ ਤੇ ਆਪਣਾ ਨਵਾਂ ਨਾਮ ਲਿਖਾਂਗਾ। ਫਿਰ ਅਸੀਂ ਕਿਸ ਯੁੱਗ ਵਿੱਚ ਨਵਾਂ ਨਾਮ ਪੁਕਾਰਾਂਗੇ? ਇਹ ਨਾ ਤਾਂ ਪਿਤਾ ਦੇ ਯੁੱਗ ਵਿੱਚ ਹੈ ਅਤੇ ਨਾ ਹੀ ਪੁੱਤਰ ਦੇ ਯੁੱਗ ਵਿੱਚ ਹੈ, ਪਰ ਅੰਤਿਮ ਯੁੱਗ ਪਵਿੱਤਰ ਆਤਮਾ ਦੇ ਯੁੱਗ ਵਿੱਚ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 1 ਵਚਨ 1 ਵਿੱਚ ਇਸ ਦੀ ਪੁਸ਼ਟੀ ਕਰੀਏ। ਯੀਸ਼ੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਅਤੇ ਉਸਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯਹੋਨਾ ਨੂੰ ਉਹਦਾ ਪਤਾ ਦਿੱਤਾ। ਜਿਹੜੀਆਂ ਛੇਤੀ ਹੋਣ ਵਾਲੀਆਂ ਹਨ ਭਵਿੱਖ ਨੂੰ ਦਰਸਾਉਂਦਾ ਹੈ, ਕਿਉਂਕਿ ਯਹੋਨਾ ਨੇ ਉਹ ਲਿਖਿਆ ਜੋ ਬਾਅਦ ਵਿੱਚ ਹੋਵੇਗਾ, ਤਦ ਕਿ ਉਹ ਪਵਿੱਤਰ ਆਤਮਾ ਦੇ ਯੁੱਗ ਦੇ ਬਾਰੇ ਵਿੱਚ ਭਵਿੱਖਬਾਣੀਆਂ ਨਹੀਂ ਹਨ। ਇਸ ਲਈ ਅਧਿਆਇ 3 ਵਿੱਚ ਲਿਖਿਆ ਗਿਆ ਹੈ, ਆਪਣਾ ਨਵਾਂ ਨਾਮ। ਬਾਈਬਲ ਸਾਨੂੰ ਜਾਣਨ ਦਿੰਦੀ ਹੈ ਕਿ ਪਵਿੱਤਰ ਆਤਮਾ ਦੇ ਯੁੱਗ ਵਿੱਚ ਯੀਸ਼ੂ ਦਾ ਨਵਾਂ ਨਾਮ ਸਾਨੂੰ ਮੁਕਤੀ ਦੇਵੇਗਾ। ਹਰੇਕ ਯੁੱਗ ਵਿੱਚ ਆਓ ਅਸੀਂ ਜਾਣੀਏ ਕਿ ਪਰਮੇਸ਼ਵਰ ਦੇ ਲੋਕਾਂ ਨੇ ਕਿਸ ਨਾਮ ਦੀ ਸਾਖੀ ਦਿੱਤੀ। ਆਓ ਅਸੀਂ ਯਸ਼ਾਇਆ ਅਧਿਆਇ 43 ਤੇ ਜਾਈਏ। ਯਸ਼ਾਇਆ ਅਧਿਆਇ 43 ਵਚਨ 10, ਤੁਸੀਂ ਮੇਰੇ ਗਵਾਹ ਹੋ, ਯਹੋਵਾ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹਨੂੰ ਮੈਂ ਚੁਣਿਆ। ਭਾਈ ਤੁਸੀਂ ਜਾਣੋ ਅਤੇ ਮੇਰੀ ਪ੍ਰਤੀਤ ਕਰੋ ਅਤੇ ਸਮਝੋ ਕਿ ਮੈਂ ਉਹੀ ਹਾਂ। ਮੇਰੇ ਤੋਂ ਅੱਗੇ ਕੋਈ ਪਰਮੇਸ਼ਵਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੇ ਕੋਈ ਹੋਵੇਗਾ। ਪਿਤਾ ਦੇ ਯੁੱਗ ਵਿੱਚ ਨਬੀਆਂ ਨੇ ਸਾਖੀ ਦੇ ਰੂਪ ਵਿੱਚ ਕੰਮ ਕੀਤਾ, ਜਿਨ੍ਹਾਂ ਨੇ ਸਾਖੀ ਦਿੱਤੀ ਕਿ ਯਹੋਵਾ ਮੁਕਤੀਦਾਤਾ ਹੈ। ਯੀਸ਼ੂ ਦੇ ਆਉਣ ਤੋਂ ਬਾਅਦ ਉਹ ਕਿਸ ਦੇ ਸਾਖੀ ਬਣੇ? ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 6 ਕਹਿੰਦਾ ਹੈ, ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕਿ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਾਈ ਉਹਨਾਂ ਸਮਿਆਂ ਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ। ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੀ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਕਿਸ ਦੇ ਗਵਾਹ ਹੋਵੋਗੇ? ਮੇਰੇ ਗਵਾਹ ਹੋਵੋਗੇ। ਯਸ਼ਾਇਆ ਅਧਿਆਇ 43 ਵਿੱਚ ਉਸ ਯੁੱਗ ਦੇ ਸਾਰੇ ਵਿਸ਼ਵਾਸੀ ਯਹੋਵਾ ਦੇ ਸਾਖੀ ਸੀ, ਪਰ ਰਸੂਲਾਂ ਦੇ ਕਰਤੱਵ ਅਧਿਆਇ 1 ਵਿੱਚ ਲੋਕ ਯੀਸ਼ੂ ਦੇ ਸਾਖੀ ਸੀ। ਮਤੀ ਅਧਿਆਇ 24 ਵਿੱਚ ਇਹ ਕਹਿੰਦਾ ਹੈ, ਜਦੋਂ ਹੰਜੀਰ ਦੇ ਦਰਖਤ ਦੀ ਟਾਹਣੀ ਕੋਮਲ ਹੋ ਜਾਂਦੀ ਅਤੇ ਪੱਤੇ ਨਿਕਲਣ ਲੱਗਦੇ ਹਨ ਤਾਂ ਜਾਣ ਲੈਂਦੇ ਹੋ ਕਿ ਮਨੁੱਖ ਦਾ ਪੁੱਤਰ ਬੂਹੇ ਤੇ ਹੈ। ਇਸ ਭਵਿੱਖਬਾਣੀ ਦੇ ਸਮੇਂ ਤੋਂ ਪਵਿੱਤਰ ਆਤਮਾ ਦਾ ਯੁੱਗ ਸ਼ੁਰੂ ਹੁੰਦਾ ਹੈ। ਜਿਸ ਤਰ੍ਹਾਂ ਹਰ ਗੱਲ ਦੇ ਲਈ ਇੱਕ ਸਮਾਂ ਹੁੰਦਾ ਹੈ, ਉਸੇ ਤਰ੍ਹਾਂ ਨਵੇਂ ਨਾਮ ਦੇ ਲਈ ਵੀ ਇੱਕ ਸਮਾਂ ਹੈ। ਯੀਸ਼ੂ ਦੇ ਪ੍ਰਗਟ ਹੋਣ ਦੇ ਸਮੇਂ ਤੱਕ ਯਹੋਵਾ ਦਾ ਨਾਮ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਯੀਸ਼ੂ ਦੇ ਨਾਮ ਦਾ ਇਸਤੇਮਾਲ ਤਦ ਤੱਕ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਦੂਸਰੀ ਵਾਰ ਪ੍ਰਗਟ ਨਾ ਹੋਣ। ਜਦੋਂ ਉਹ ਦੂਸਰੀ ਵਾਰ ਪ੍ਰਗਟ ਹੁੰਦੇ ਹਨ ਤਦ ਉਹਨਾਂ ਦੇ ਨਵੇਂ ਨਾਮ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਹ ਬਾਈਬਲ ਵਿੱਚ ਦੱਸਿਆ ਗਿਆ ਮੁਕਤੀ ਦਾ ਰਾਹ ਹੈ।
ਜੇਕਰ ਨਾਮਾਨ ਆਪਣੇ ਕੋੜ ਨੂੰ ਆਪਣੇ ਤਰੀਕੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦਾ ਤਦ ਉਹ ਠੀਕ ਨਹੀਂ ਹੁੰਦਾ। ਨੂੰ ਬਚਾਇਆ ਗਿਆ ਸੀ ਜਦਕਿ ਹੋਰ ਸਾਰੇ ਨਸ਼ਟ ਹੋ ਗਏ ਸੀ, ਕਿਉਂਕਿ ਉਸਨੇ ਆਗਿਆਕਾਰੀ ਰੂਪ ਨਾਲ ਸਭ ਕੁਝ ਠੀਕ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਨਿਰਦੇਸ਼ ਦਿੱਤਾ ਸੀ। ਪਿਤਾ ਦੇ ਯੁੱਗ ਵਿੱਚ ਯਹੋਵਾ ਦੇ ਨਾਮ ਦੇ ਦੁਆਰਾ, ਪੁੱਤਰ ਦੇ ਯੁੱਗ ਵਿੱਚ ਯੀਸ਼ੂ ਦੇ ਨਾਮ ਦੇ ਦੁਆਰਾ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਯੀਸ਼ੂ ਦੇ ਨਵੇਂ ਨਾਮ ਦੇ ਦੁਆਰਾ ਮੁਕਤੀ ਦਾ ਸੰਪੂਰਨ ਕੰਮ ਪੂਰਾ ਕੀਤਾ ਜਾ ਸਕਦਾ ਹੈ। ਫਿਰ ਅੱਜ ਸਾਰੇ ਚਰਚ ਕਿਸ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਨ? ਉਹ ਸਾਰੇ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਨ। ਅਬਰਾਹਮ, ਨੂਹ, ਇਸਾਕ, ਯਾਕੂਬ, ਏਲੀਆ ਅਤੇ ਅਲੀਸ਼ਾ ਦੇ ਬਾਰੇ ਵਿੱਚ ਕੀ, ਜੋ ਯੀਸ਼ੂ ਦੇ ਧਰਤੀ ਤੇ ਆਉਣ ਤੋਂ ਪਹਿਲਾਂ ਰਹਿੰਦੇ ਸੀ, ਕਿ ਉਹਨਾਂ ਨੇ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹੋਏ ਕਿਹਾ, ਆਓ ਅਸੀਂ ਯੀਸ਼ੂ ਦੇ ਪਵਿੱਤਰ ਨਾਮ ਨਾਲ ਪ੍ਰਾਰਥਨਾ ਕਰੀਏ? ਨਹੀਂ, ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਕਿਉਂ ਨਹੀਂ? ਅਬਰਾਹਮ ਅਤੇ ਨੂਹ ਕਿਸ ਯੁੱਗ ਵਿੱਚ ਰਹੇ? ਪਿਤਾ ਦੇ ਯੁੱਗ ਵਿੱਚ। ਇਸ ਲਈ ਉਹ ਸਾਰੇ ਯਹੋਵਾ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਸੀ। ਪਰ ਯੀਸ਼ੂ ਦੇ ਧਰਤੀ ਤੇ ਆਉਣ ਤੋਂ ਬਾਅਦ ਨਾਮ ਬਦਲ ਗਿਆ ਅਤੇ ਪਰਮੇਸ਼ਵਰ ਦੇ ਲੋਕਾਂ ਨੇ ਕਿਹਾ, ਮੈਂ ਯੀਸ਼ੂ ਦੇ ਪਵਿੱਤਰ ਨਾਮ ਨਾਲ ਪ੍ਰਾਰਥਨਾ ਕਰਦਾ ਹਾਂ। ਉਹਨਾਂ ਨੇ ਇਸ ਤਰ੍ਹਾਂ ਇਸ ਲਈ ਕੀਤਾ ਕਿਉਂਕਿ ਉਹਨਾਂ ਦੀ ਪ੍ਰਾਰਥਨਾ ਦਾ ਉੱਤਰ ਤਦ ਹੀ ਦਿੱਤਾ ਜਾ ਸਕਦਾ ਹੈ ਜਦੋਂ ਉਹ ਆਪਣੇ ਸੰਬੰਧਿਤ ਯੁੱਗ ਦੇ ਮੁਕਤੀਦਾਤੇ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਨ। ਆਓ ਅਸੀਂ ਬਾਈਬਲ ਦੇ ਦੁਆਰਾ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 116 ਵਚਨ 4 ਤੇ ਇੱਕ ਨਜ਼ਰ ਪਾਈਏ। ਤਾਂ ਮੈਂ ਕਿਸ ਨੂੰ? ਯਹੋਵਾ ਦੇ ਨਾਮ ਨੂੰ ਪੁਕਾਰਿਆ, ਹੇ ਯਹੋਵਾ ਕਿਰਪਾ ਕਰਕੇ ਮੇਰੀ ਜਾਨ ਨੂੰ ਛੁਡਾ ਲੈ। ਯੀਸ਼ੂ ਦੇ ਪ੍ਰਗਟ ਹੋਣ ਦੇ ਬਾਅਦ ਉਹਨਾਂ ਦੀ ਪ੍ਰਾਰਥਨਾ ਕਿਵੇਂ ਬਦਲ ਗਈ? ਯਹੂਨਾ ਅਧਿਆਇ 16 ਵਚਨ 24, ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ। ਇਸ ਦਾ ਅਰਥ ਹੈ ਅਜੇ ਤੱਕ ਤੁਸੀਂ ਮੇਰੇ ਨਾਮ ਲੈ ਕੇ ਕੁਝ ਨਹੀਂ ਮੰਗਿਆ। ਉਸ ਦੇ ਬਾਅਦ ਯੀਸ਼ੂ ਨੇ ਕੀ ਕਿਹਾ? ਮੰਗੋ ਤਾਂ ਤੁਸੀਂ ਲਓਗੇ, ਭਈ ਤੁਹਾਡਾ ਆਨੰਦ ਪੂਰਾ ਹੋਵੇ। ਕਿਉਂਕਿ ਉਹ ਆਪਣਾ ਸਰੀਰ ਛੱਡ ਕੇ ਸਵਰਗ ਜਾਣ ਵਾਲੇ ਸੀ। ਤਦ ਉਹਨਾਂ ਨੇ ਕਿਹਾ, ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਸੀਂ ਲਓਗੇ, ਭਈ ਤੁਹਾਡਾ ਆਨੰਦ ਪੂਰਾ ਹੋਵੇ। ਉਸ ਸਮੇਂ ਤੱਕ ਜਦੋਂ ਯੀਸ਼ੂ ਨੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨਾ ਸਿਖਾਇਆ, ਸਾਰੇ ਵਿਸ਼ਵਾਸੀ ਯਹੋਵਾ ਦੇ ਨਾਮ ਨਾਲ ਪ੍ਰਾਰਥਨਾ ਕਰ ਰਹੇ ਸੀ। ਹਾਲਾਂਕਿ ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ ਉਹ ਸਾਰੇ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕਰਨ ਲੱਗੇ। ਪਿਤਾ ਦੇ ਯੁੱਗ ਵਿੱਚ ਉਹਨਾਂ ਨੇ ਯਹੋਵਾ ਦੇ ਨਾਮ ਨਾਲ ਪ੍ਰਾਰਥਨਾ ਕੀਤੀ ਅਤੇ ਪੁੱਤਰ ਦੇ ਯੁੱਗ ਵਿੱਚ ਉਹਨਾਂ ਨੇ ਯੀਸ਼ੂ ਦੇ ਨਾਮ ਨਾਲ ਪ੍ਰਾਰਥਨਾ ਕੀਤੀ। ਫਿਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਕਿਸ ਦੇ ਨਾਮ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਹ ਸਪਸ਼ਟ ਹੈ ਕਿ ਸਾਨੂੰ ਨਵੇਂ ਨਾਮ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਬਾਈਬਲ ਦੇ ਅਨੁਸਾਰ ਤਿੰਨ ਰੂਪ ਇੱਕ ਦਾ ਅਰਥ ਹੈ। ਪਿਤਾ ਪਰਮੇਸ਼ਵਰ, ਪੁੱਤਰ ਪਰਮੇਸ਼ਵਰ ਅਤੇ ਪਵਿੱਤਰ ਆਤਮਾ ਪਰਮੇਸ਼ਵਰ ਇੱਕ ਹੈ। ਭਾਵੇਂ ਹੀ ਪਰਮੇਸ਼ਵਰ ਨੇ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਆਦਮ ਦੇ ਦਿਨਾਂ ਤੋਂ ਲੈ ਕੇ ਜਗਤ ਦੇ ਅੰਤ ਤੱਕ ਤਿੰਨ ਭੂਮਿਕਾ ਨਿਭਾਈਆਂ, ਪਰ ਤਿੰਨੋਂ ਇੱਕ ਹੀ ਹਨ ਅਤੇ ਇੱਕ ਹੀ ਪਰਮੇਸ਼ਵਰ ਹੈ। ਅਸੀਂ ਪਹਿਲਾਂ ਹੀ ਮੁਕਤੀਦਾਤੇ ਦੇ ਬਾਰੇ ਬਾਈਬਲ ਵਿੱਚ ਸਾਖੀ ਦੇਖ ਚੁੱਕੇ ਹਾਂ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਣ ਵਾਲੇ ਸੀ। ਜਿਵੇਂ ਯਸ਼ਾਇਆ ਦੀ ਪੁਸਤਕ ਵਿੱਚ ਲਿਖਿਆ ਗਿਆ ਹੈ, ਅਸੀਂ ਉਹਦੀ ਉਡੀਕਦੇ ਸਾਂ, ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਮਸੀਹ ਅਨਸਾਉਂਗ ਜੀ ਉਹ ਹਨ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤੇ ਦੇ ਰੂਪ ਵਿੱਚ ਧਰਤੀ ਤੇ ਆਏ। ਇਸ ਗੱਲ ਦਾ ਕਿ ਅਸੀਂ ਯੀਸ਼ੂ ਦਾ ਨਵਾਂ ਨਾਮ ਪੁਕਾਰਦੇ ਹਾਂ, ਕੀ ਇਹ ਮਤਲਬ ਹੈ ਕਿ ਅਸੀਂ ਯੀਸ਼ੂ ਤੇ ਵਿਸ਼ਵਾਸ ਨਹੀਂ ਕਰਦੇ? ਕਿਉਂਕਿ ਅਸੀਂ ਯੀਸ਼ੂ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਹਾਂ। ਇਸ ਲਈ ਜਦੋਂ ਉਹ ਦੂਸਰੀ ਵਾਰ ਆਏ ਤਦ ਸਾਨੂੰ ਉਹਨਾਂ ਦਾ ਨਵਾਂ ਨਾਮ ਪ੍ਰਾਪਤ ਹੋਇਆ ਹੈ ਨਾ? ਆਓ ਅਸੀਂ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਪਰਮੇਸ਼ਵਰ ਪਿਤਾ ਦੇ ਯੁੱਗ ਵਿੱਚ ਯਹੋਵਾ ਦੇ ਨਾਮ ਨਾਲ, ਪੁੱਤਰ ਦੇ ਯੁੱਗ ਵਿੱਚ ਯੀਸ਼ੂ ਦੇ ਨਾਮ ਨਾਲ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਅਨਸਾਉਂਗ ਜੀ ਦੇ ਨਾਮ ਨਾਲ ਮਨੁੱਖ ਜਾਤੀ ਦੇ ਲਈ ਮੁਕਤੀ ਦਾ ਰਾਹ ਖੋਲ ਰਹੇ ਹਨ। ਪਿਤਾ ਦੇ ਯੁੱਗ ਵਿੱਚ ਲੋਕਾਂ ਨੇ ਮੁਕਤੀ ਪਾਉਣ ਦੇ ਲਈ ਕਿਸ ਦਾ ਨਾਮ ਪੁਕਾਰਿਆ? ਆਓ ਅਸੀਂ ਯੋਏਲ ਅਧਿਆਇ 2 ਵਚਨ 32 ਦੇਖੀਏ। ਤਾਂ ਇਹ ਹੋਵੇਗਾ ਕਿ ਜੋ ਕੋਈ ਯਹੋਵਾ ਦਾ ਨਾਮ ਲੈ ਕੇ ਪੁਕਾਰੇਗਾ ਬਚਾਇਆ ਜਾਵੇਗਾ। ਪਿਤਾ ਦੇ ਯੁੱਗ ਵਿੱਚ ਲੋਕ ਜਿਨ੍ਹਾਂ ਨੇ ਯਹੋਵਾ ਦਾ ਨਾਮ ਪੁਕਾਰਿਆ ਉਹਨਾਂ ਨੇ ਮੁਕਤੀ ਪਾਈ। ਯੀਸ਼ੂ ਦੇ ਦੂਸਰੀ ਵਾਰ ਧਰਤੀ ਦੇ ਆਉਣ ਤੱਕ ਪੁੱਤਰ ਦਾ ਯੁੱਗ ਜਾਰੀ ਰਿਹਾ। ਉਸ ਸਮੇਂ ਤੱਕ ਯੀਸ਼ੂ ਦੇ ਨਾਮ ਨਾਲ ਪੱਕੇ ਰੂਪ ਨਾਲ ਲੋਕ ਮੁਕਤੀ ਪਾ ਸਕਦੇ ਸੀ। ਆਓ ਅਸੀਂ ਰੋਮੀਆਂ ਅਧਿਆਇ 10 ਵਚਨ 9 ਤੇ ਇੱਕ ਨਜ਼ਰ ਪਾਈਏ। ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੀਸ਼ੂ ਦਾ ਇਕਰਾਰ ਕਰੇ
ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ, ਤਾਂ ਤੂੰ ਕੀ ਜਾਵੇਂਗਾ? ਬਚਾਇਆ ਜਾਵੇਂਗਾ। ਇਹ ਕਿਹੜਾ ਯੁੱਗ ਹੈ? ਅਸੀਂ ਪਹਿਲਾਂ ਹੀ ਯੋਏਲ ਅਧਿਆਇ 2 ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਯਹੋਵਾ ਦਾ ਨਾਮ ਪੁਕਾਰਿਆ ਉਹਨਾਂ ਨੇ ਮੁਕਤੀ ਪਾਈ। ਹਾਲਾਂਕਿ ਇੱਥੇ ਜੋ ਯੀਸ਼ੂ ਦਾ ਨਾਮ ਪੁਕਾਰਨਗੇ ਉਹ ਮੁਕਤੀ ਪਾਉਣਗੇ। ਕੀ ਬਾਈਬਲ ਵਿੱਚ ਕੋਈ ਬਹਿਸ ਹੋ ਸਕਦੀ ਹੈ? ਜਦੋਂ ਅਸੀਂ ਸਮੇਂ ਦੀ ਹੱਦ ਦੇ ਬਾਰੇ ਪੂਰੀ ਤਰ੍ਹਾਂ ਨਾਲ ਸਮਝਦੇ ਹਾਂ ਤਦ ਅਸੀਂ ਬਾਈਬਲ ਤੋਂ ਸਟੀਕ ਉੱਤਰ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ, ਬਾਈਬਲ ਸਪਸ਼ਟ ਰੂਪ ਨਾਲ ਦੱਸਦੀ ਹੈ ਜੇਕਰ ਤੂੰ ਯੀਸ਼ੂ ਦਾ ਨਾਮ ਪੁਕਾਰੇ ਤਾਂ ਤੂੰ ਪੱਕਾ ਬਚਾਇਆ ਜਾਵੇਂਗਾ। ਜਦੋਂ ਪੁੱਤਰ ਦਾ ਯੁੱਗ ਖਤਮ ਹੁੰਦਾ ਹੈ ਅਤੇ ਪਵਿੱਤਰ ਆਤਮਾ ਦਾ ਯੁੱਗ ਸ਼ੁਰੂ ਹੁੰਦਾ ਹੈ ਤਾਂ ਸਾਨੂੰ ਮੁਕਤੀ ਪਾਉਣ ਦੇ ਲਈ ਕਿਸ ਦਾ ਨਾਮ ਪੁਕਾਰਨਾ ਚਾਹੀਦਾ ਹੈ? ਜਦੋਂ ਤੱਕ ਅਸੀਂ ਨਵਾਂ ਨਾਮ ਨਹੀਂ ਪੁਕਾਰਦੇ ਤਦ ਤੱਕ ਅਸੀਂ ਮੁਕਤੀ ਨਹੀਂ ਪਾ ਸਕਦੇ। ਜਿਵੇਂ ਮੱਤੀ ਅਧਿਆਇ 24 ਨੇ ਭਵਿੱਖਬਾਣੀ ਕੀਤੀ ਹੈ ਕਿ ਅੰਜੀਰ ਦੇ ਦਰਖਤ ਦੀ ਟਾਹਣੀ ਕੋਮਲ ਹੋ ਜਾਂਦੀ ਹੈ ਅਤੇ ਪੱਤੇ ਨਿਕਲਣ ਲੱਗਦੇ ਹਨ, ਤਾਂ ਤੁਸੀਂ ਜਾਣ ਲੈਂਦੇ ਹੋ ਮਨੁੱਖ ਦਾ ਪੁੱਤਰ ਬੂਹੇ ਤੇ ਹੀ ਹੈ। ਇਹ ਸਾਰੇ ਲੋਕਾਂ ਨੂੰ ਜਾਣਨ ਦਿੰਦਾ ਹੈ ਕਿ ਯੀਸ਼ੂ ਦੂਸਰੀ ਵਾਰ ਧਰਤੀ ਤੇ ਕਦੋਂ ਦਿਖਾਈ ਦੇਣਗੇ। ਉਸ ਸਮੇਂ ਦੇ ਬਾਅਦ ਪਰਮੇਸ਼ਵਰ ਦੇ ਮੁਕਤੀ ਦਾ ਕੰਮ ਪਵਿੱਤਰ ਆਤਮਾ ਦੇ ਨਾਮ ਨਾਲ ਕੀਤਾ ਜਾਵੇਗਾ। ਉਸ ਸਮੇਂ ਤੋਂ ਤੁਸੀਂ ਯਹੋਵਾ ਜਾਂ ਯੀਸ਼ੂ ਦੇ ਨਾਮ ਨਾਲ ਪੁਕਾਰਨ ਤੋਂ ਮੁਕਤੀ ਨਹੀਂ ਪਾ ਸਕਦੇ, ਕਿਉਂਕਿ ਨਵੇਂ ਨਾਮ ਦਾ ਯੁੱਗ ਆ ਚੁੱਕਾ ਹੈ। ਜਦੋਂ ਤੁਸੀਂ ਨਵਾਂ ਨਾਮ ਪੁਕਾਰੋਗੇ ਤਾਂ ਤੁਸੀਂ ਮੁਕਤੀ ਪਾਓਗੇ। ਇਹੀ ਪਰਮੇਸ਼ਵਰ ਨੇ ਬਾਈਬਲ ਦੇ ਦੁਆਰਾ ਸਿਖਾਇਆ ਹੈ। ਨਵੇਂ ਨਾਮ ਵਿੱਚ ਪ੍ਰਾਰਥਨਾ ਕਰਨਾ, ਨਵੇਂ ਨਾਮ ਵਿੱਚ ਸਤੁਤੀ ਗਾਉਣਾ। ਪਿਤਾ ਦੇ ਯੁੱਗ ਵਿੱਚ ਉਹ ਜ਼ਬੂਰਾਂ ਨਾਲ ਕਿਸ ਦੀ ਸਤੁਤੀ ਕਰਦੇ ਸੀ? ਉਹ ਯਹੋਵਾ ਪਰਮੇਸ਼ਵਰ ਸੀ। ਇਹ ਜ਼ਬੂਰਾਂ ਦੀ ਪੋਥੀ ਦੀ ਪੁਸਤਕ ਵਿੱਚ ਦਰਜ ਹੈ। ਯਹੋਵਾ ਮੇਰਾ ਆਜੜੀ ਹੈ, ਮੈਨੂੰ ਕੋਈ ਕਮੀ ਨਾ ਹੋਵੇਗੀ। ਜ਼ਬੂਰਾਂ ਦਾ ਪੂਰਾ ਮਕਸਦ ਅਤੇ ਧਿਆਨ ਉਸ ਯੁੱਗ ਦੇ ਮੁਕਤੀ ਦਾਤੇ ਦੀ ਸਤੁਤੀ ਕਰਨਾ, ਧੰਨਵਾਦ ਅਤੇ ਵਡਿਆਈ ਅਤੇ ਆਦਰ ਕਰਨਾ ਸੀ। ਪੁੱਤਰ ਦੇ ਯੁੱਗ ਵਿੱਚ ਉਹਨਾਂ ਨੇ ਜ਼ਬੂਰਾਂ ਨਾਲ ਕਿਸ ਦੀ ਸਤੁਤੀ ਕੀਤੀ? ਉਹ ਯੀਸ਼ੂ ਮਸੀਹ ਸੀ। ਹਾਲੇਲੂਇਆ! ਯੀਸ਼ੂ ਜੀ ਉੱਠੇ ਅਤੇ ਉੱਚੇ ਤੇ ਗਏ ਹਨ। ਯੀਸ਼ੂ, ਯੀਸ਼ੂ, ਕੀਮਤੀ ਯੀਸ਼ੂ। ਉਹ ਕਿਰਪਾ ਦੇ ਲਈ ਉਹਨਾਂ ਤੇ ਹੋਰ ਜ਼ਿਆਦਾ ਵਿਸ਼ਵਾਸ ਕਰੋ। ਉਹ ਸਾਰੇ ਯੀਸ਼ੂ ਦੇ ਨਾਮ ਵਿੱਚ ਸਤੁਤੀ ਕਰਦੇ ਸੀ। ਕਿਉਂ ਯਹੋਵਾ ਦਾ ਨਾਮ ਇੱਕ ਵਾਰ ਵੀ ਨਹੀਂ ਲਿਆ ਗਿਆ? ਕਿ ਇਹ ਬੇਤੁਕਾ ਨਹੀਂ ਹੈ? ਇਸ ਤਰ੍ਹਾਂ ਕਿਉਂ ਹੈ? ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਹਰ ਇੱਕ ਯੁੱਗ ਦੀ ਆਪਣੀ ਨਿਯੁਕਤ ਸਮੇਂ ਦੀ ਹੱਦ ਹੁੰਦੀ ਹੈ। ਪਿਤਾ ਦੇ ਯੁੱਗ ਦੀ ਨਿਯੁਕਤ ਸਮੇਂ ਦੀ ਹੱਦ ਹੈ ਅਤੇ ਪੁੱਤਰ ਦੇ ਯੁੱਗ ਦੀ ਵੀ ਨਿਯੁਕਤ ਸਮੇਂ ਦੀ ਹੱਦ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਮਨੁੱਖ ਜਾਤੀ ਦੀ ਮੁਕਤੀ ਦੇ ਲਈ ਮੁਕਤੀ ਦਾ ਸਾਰਾ ਕੰਮ ਨਵੇਂ ਨਾਮ ਨਾਲ ਕੀਤਾ ਜਾਵੇਗਾ। ਮੁਕਤੀ ਪ੍ਰਾਪਤ ਕਰਨ ਦੇ ਲਈ ਬਾਈਬਲ ਸਿਖਾਉਂਦੀ ਹੈ ਕਿ ਸਾਡੀ ਪ੍ਰਾਰਥਨਾ ਅਤੇ ਸਤੁਤੀ ਇਸ ਯੁੱਗ ਦੇ ਮੁਕਤੀਦਾਤੇ ਮਸੀਹ ਅੰਸੋਂ ਇਸ ਨਵੇਂ ਨਾਮ ਨਾਲ ਹੋਣੀ ਚਾਹੀਦੀ ਹੈ। ਅੱਜ ਅਸੀਂ ਬਾਈਬਲ ਦੇ ਦੁਆਰਾ ਪੁਸ਼ਟੀ ਕੀਤੀ ਹੈ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰ ਰਹੇ ਹਾਂ। ਆਓ ਅਸੀਂ ਸਾਡੇ ਸਵਰਗੀ ਪਿਤਾ ਅੰਸੰਗੁੰਗ ਅਤੇ ਸਵਰਗੀ ਮਾਤਾ ਜੀ ਨਵੀਂ ਯਰੂਸ਼ਲਮ ਨੂੰ ਅਨੰਤ ਵਡਿਆਈ, ਧੰਨਵਾਦ ਅਤੇ ਇੱਜ਼ਤ ਦਈਏ ਜੋ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਦੇ ਅਨੁਸਾਰ ਧਰਤੀ ਤੇ ਆਏ। ਮੈਨੂੰ ਆਸ ਹੈ ਕਿ ਅਸੀਂ ਸਾਰੇ ਅਨੰਤ ਮੁਕਤੀ ਪ੍ਰਾਪਤ ਕਰਾਂਗੇ ਅਤੇ ਇਸ ਯੁੱਗ ਵਿੱਚ ਜਿੱਥੇ ਵੀ ਨਵਾਂ ਨਾਮ ਸਾਡੀ ਅਗਵਾਈ ਕਰੇ ਉੱਥੇ ਉਹਨਾਂ ਦਾ ਪਾਲਨ ਕਰਕੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।